साहिब जी धन वाहिगुरु जी। सा धरती भई हरियावली, जिथे मेरा सतगुर बैठा आए। से जंत भये हरियावले, जिन्नी मेरा सतगुर देखिया जाए। धन धन पिता धन धन कुल, धन धन सो जननी, जिन गुरु जनिया माए। धन धन गुरु जिन नाम आराध्या, आप तरिया जिन्ने डिठा तिन्ना लए छड़ाए। हर सतगुर मिलो दया कर, जन नानक तोवै पाए। दीन दुनिया दे पातशाह सरवरे कायनात सतगुरु राजान राज, भानान भान देवान देव उपमा महान सतगुरु। धन धन श्री गुरु ग्रंथ साहिब सच्चे पातशाह जी महाराज। तिन्हां दी पावन पवित्र गोद विच जुड़ बैठी गुरु प्यारी साध संगत जीओ, सतगुरां दी रब्बी रहमत दे महान पात्र हो। सजे होए संध्या वेले दे विशेष दीवानां दीयां हाज़रियां भरदियां होयां सबना ने भावना और शरधा दे नाल सतगुरां दे पवित्र चरनां नूं परसिया है। सोढ़ी सुल्तान धन धन सतगुरु गुरु रामदास जी महाराज, तिन्हां दे पावन पवित्र प्रकाश दिहाड़े नूं समर्पित इन्हां दिनां दे अंदर ये दीवान सज रहे हैं। सत्कारयोग गुरु के चरनां नाल जुड़िया होया परिवार सरदार बलजिंदर सिंह जी तथा समूह परिवार, सत्कारयोग वीर जी भाई हरजीत सिंह जी हुणां दा परिवार और वीर बख्शीश सिंह जी, समुचे परिवारां वल्लों पातशाह दे चरनां दा ऊट आसरा लैंदियां
ਇਹਨਾਂ ਸਮਾਗਮਾਂ ਦੀ ਲੜੀ ਦੇ ਅੰਦਰ ਸਾਹਿਬ ਜੀ ਦੇ ਚਰਨਾਂ ਨੂੰ ਪਰਸਿਆ ਜਾ ਰਿਹਾ ਹੈ। ਸਜੇ ਹੋਏ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਨਿਤਨੇਮ ਉਪਰੰਤ ਭਾਈ ਸਾਹਿਬ ਭਾਈ ਸਤਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿਨਾਂ ਪਾਸੋਂ ਅੰਮ੍ਰਿਤ ਬਾਣੀ ਦਾ ਲਾਹਾ ਮਾਣਿਆ। ਆਓ ਕੱਲ ਦੇ ਦੀਵਾਨ ਵਿੱਚ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਦਾ ਜੀਵਨ ਇਤਿਹਾਸ ਲੜੀ ਆਰੰਭ ਕੀਤੀ ਹੈ। ਅਗਲੇਰੇ ਬਚਨਾਂ ਦੇ ਨਾਲ ਜੁੜੀਏ ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਬਖਸ਼ੋ। ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਲਾਹੌਰ ਦੀ ਧਰਤੀ ਔਰ 1534 ਈਸਵੀ ਦੇ ਵਿੱਚ ਹੁੰਦਾ ਹੈ। 8 ਸਾਲ ਹਜ਼ੂਰ ਨੇ ਲਾਹੌਰ ਦੀ ਧਰਤੀ ਤੇ ਮਾਪਿਆਂ ਦੀ ਛਤਰ ਛਾਇਆ ਹੇਠ ਬਤੀਤ ਕੀਤੇ। ਮਾਪਿਆਂ ਦੇ ਅਕਾਲ ਚਲਾਣੇ ਤੋਂ ਬਾਅਦ ਛੋਟੀ ਉਮਰੇ ਨਾਨਕੇ ਨਗਰ ਨਾਨੀ ਦੇ ਨਾਲ ਬਾਸਰ ਕੇ ਗਿੱਲਾਂ ਦੇ ਵਿੱਚ ਆਏ ਔਰ 10 ਸਾਲ ਤਕਰੀਬਨ ਸਤਿਗੁਰੂ ਆਪਣੇ ਨਾਨਕੇ ਨਗਰ ਰਹੇ, ਜਿੱਥੇ ਉਹਨਾਂ ਨੇ ਘੁੰਗਣੀਆਂ ਵੇਚਣ ਦੀ ਕਿਰਤ ਕੀਤੀ। ਸੰਸਾਰੀ ਲੋਕਾਂ ਦੇ ਕੁਝ ਬੋਲ, ਕੁਝ ਮਿਹਣੇ, ਕੁਝ ਤਾਨੇ ਐਸੇ ਸਨ। ਸਮਾਜ ਨੇ ਇੱਕ ਬੋਲ ਇਹ ਕਹਿ ਕੇ ਵਾਰ-ਵਾਰ ਦਿਲ ਦੁਖਾਇਆ ਕਿ ਜੇਠਾ ਯਤੀਮ ਹੈ ਔਰ ਯਤੀਮ ਬੱਚਿਆਂ ਦੇ ਪਰਛਾਵੇਂ ਬਹੁਤ ਮਾੜੇ ਹੁੰਦੇ ਆ। ਨਾਨੀ ਨੇ ਜਦੋਂ ਇਹ ਕੁਝ ਆਪਣੇ ਕੰਨੀ ਸੁਣਿਆ, ਮਨ ਅੰਦਰ ਇੱਕ ਆਵਾਜ਼ ਆਈ, ਮਨਾ ਮੈਂ ਤੇ ਖੁਦ ਬਜ਼ੁਰਗ ਹਾਂ, ਪਤਾ ਨਹੀਂ ਇਸ ਜ਼ਿੰਦਗੀ ਤੋਂ ਕਦੋਂ ਤੁਰ ਜਾਵਾਂ। ਮੇਰੇ ਦੋਤੇ ਨੂੰ ਸੰਸਾਰ ਤੇ ਬਹੁਤ ਧੱਕੇ ਮਾਰੇਗਾ। 18 ਸਾਲ ਦੀ ਉਮਰ ਵਿੱਚ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਮੇਲ ਬਣਿਆ। 22 ਸਾਲ ਪਿਆਰਿਓ ਗੁਰੂ ਅਮਰਦਾਸ ਮਹਾਰਾਜ ਦੇ ਘਰ ਦੀ ਘਾਲ ਕਮਾਈ ਗੁਰੂ ਰਾਮਦਾਸ ਸਾਹਿਬ ਨੇ ਕੀਤੀ। 22 ਸਾਲ ਔਰ ਕੁਝ ਸਮਾਂ ਜਦੋਂ ਸੇਵਾ ਨਿਭਦੀ ਹੈ ਨਾ, ਮਹਾਰਾਜ ਇੰਨੀ ਮੌਜ ਇੰਨੀ ਬਖਸ਼ਿਸ਼ ਦੇ ਵਿੱਚ ਹੈ। ਆਪਾਂ ਕੱਲ ਵੀ ਇਹ ਬੋਲ ਸਾਂਝਾ ਕੀਤਾ ਹੈ ਕਿ ਗੁਰੂ ਦੀਆਂ ਜਿਹੜੀਆਂ ਬਖਸ਼ਿਸ਼ਾਂ ਆ, ਜਦੋਂ ਸਤਿਗੁਰੂ ਤੁਰ ਉੱਠਦਾ ਹੈ ਨਾ, ਸੰਸਾਰ ਜੋ ਮਰਜ਼ੀ ਕਹੀ ਜਾਏ, ਪਰ ਜਦੋਂ ਗੁਰੂ ਦੀ ਕਿਰਪਾ ਵਰਤਦੀ ਹੈ ਤੇ ਗੁਰੂ ਪਾਤਸ਼ਾਹੀਆਂ ਦਿੰਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਮਹਾਰਾਜ ਆਪਣੀ ਪੁੱਤਰੀ ਦਾ ਰਿਸ਼ਤਾ ਜੋੜਿਆ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਨਾਲ। ਇਹ ਲੜੀ ਆਪਾਂ ਇੱਥੋਂ ਤੱਕ ਕੱਲ ਸਾਂਝੀ ਕੀਤੀ ਹੈ। ਜਦੋਂ ਮਹਾਰਾਜ ਗੁਰੂ ਰਾਮਦਾਸ ਸਾਹਿਬ ਦਾ ਵਿਆਹ ਹੋਇਆ ਨਾ ਸਤਿਕਾਰਯੋਗ ਮਾਤਾ ਭਾਨੀ ਜੀ ਨਾਲ, ਤੇ ਸੁਭਾਵਿਕ ਆ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਆਪਣੇ ਸਹੁਰੇ ਪਰਿਵਾਰ ਵਿੱਚ ਹਜ਼ੂਰ ਮਹਾਰਾਜ ਦੇ ਚਰਨਾਂ ਵਿੱਚ ਹੀ ਸਮਾਂ ਜਿਹੜਾ ਉਹ ਬਤੀਤ ਕੀਤਾ। ਪਰ ਸੇਵਾ ਜਿਹੜੀ ਘਾਲ ਇੰਨੀ ਕਮਾਈ ਕੀਤੀ ਔਰ ਗੁਰੂ ਨਾਨਕ ਸਾਹਿਬ ਦਾ ਘਰ ਇਹ ਗੱਲ ਵਾਰ-ਵਾਰ ਕਹਿੰਦਾ ਵੀ ਸਿੱਖੀਜ਼ਮ ਦੇ ਅੰਦਰ ਮਾਲਕ ਨੂੰ ਪਾਉਣ ਵਾਸਤੇ 2 ਥੰਮ ਆ, 2 ਖੰਭ ਆ ਸਾਡੀ ਜ਼ਿੰਦਗੀ ਦੇ, ਔਰ ਇੱਕ ਪੰਖ ਇੱਕ ਖੰਭ ਜਿਹੜਾ ਉਹ ਸੇਵਾ ਦਾ ਆ, ਦੂਜਾ ਬੰਦਗੀ ਦਾ ਸਿਮਰਨ ਦਾ ਆ। ਸੇਵਾ ਤੇ ਸਿਮਰਨ ਜਦੋਂ ਦੋਨੋਂ ਜ਼ਿੰਦਗੀ ਦੇ ਵਿੱਚ ਆ ਪਿਆਰਿਓ, ਮੰਜ਼ਿਲ ਜ਼ਰੂਰ ਮਿਲਦੀ ਆ। ਗੁਰੂ ਰਾਮਦਾਸ ਜੀ ਦੀ ਨਿਤ ਦੀ ਕਾਰ ਜਿਹੜੀ ਆ ਨਾ, ਬੜੀ ਪੁਰਾਤਨ ਇੱਕ ਪੁਸਤਕ ਆ ਗੁਰੂ ਅਮਰਦਾਸ ਜੀ ਦੀ ਵੰਸ਼ ਦੇ ਵਿੱਚੋਂ ਹੋਏ ਬਾਬਾ ਸਰੂਪ ਦਾਸ ਭੱਲਾ। ਉਹਨਾਂ ਇੱਕ ਕਿਤਾਬ ਲਿਖੀ ਜੀ ਗੋਇੰਦਵਾਲ ਦੀ ਪੱਤਰੀ। ਉਹਦੇ 'ਚੋਂ ਜ਼ਿਕਰ ਕਰਦੇ ਆ
कि रोज़ाना गुरु रामदास महाराज ने लंगर वास्ते लकड़ां लैके आउणियां, ब्यास दरिया तो स्वच्छ जल भर के लियाउणा, भांडियां दी सेवा करनी, लंगर बनाउण दी सेवा करनी, और जदों सारी संगत रात नूं चले जाना दरियां टाट झाड़ झाड़ के विछाउंदे रहना। कुछ समा बतीत होया, सुल्तानपुर लोधी का एक प्यारा सिख होया, डल्ले की धरती का भाई पारो जुलका, उहदे कहण ते गुरु अमरदास महाराज ने विसाखी का मेला आरंभ किया। ते इत्थे महाराज सतगुरां ने उस वेले बौली साहिब का निर्माण होया। बाबा बुढ़ा जी ने बौली का टक लाया, संगत ने बड़ी भावना दे नाल सेवा की, ते गुरु रामदास साहब ने इन्नी क सेवा की है जदों महाराज पुत्री का रिश्ता जोड़िया ना जी। हुण संगत ते महाराज दे चरनां च बहुत आउंदी सी। ये गल बहुत छेती दूर तक फैल गई भी लाहौर की धरती तो सोढ़ी खानदान दे विचों एक जेठा नामी बालक आया है, सेवा इन्नी करदा है, पर गुरु अमरदास दियां इन्नियां असीसां मिलियां, उन्हां अपनी पुत्री का रिश्ता ही जेठे नाल जोड़ दिता। ते गुरु अमरदास जी की महिमा जिहड़ी वो ते बयान करन तो बाहर है। जदों भट्ट साहिबान कहंदे आ, भले अमरदास गुण तेरे, तेरी उपमा तोए बानिया वे। सोढ़ी खानदान जिहड़ा ना जी, उन्होंने पता लग्या चाचियां तायां नूं भी साडे भरा हरदास दा बेटा, कमाल हो गई। मापे निक्के हुंदियां चले गए, यतीमा वांग रुलिया, पर ये तो पता ही नहीं सी भी गुरु अमरदास जी का जवाई बन जाएगा, प्राहुणा बन जाएगा। सोढ़ी खानदान दे विचों कुछ ताचे चाचे ताए इकट्ठे होके ना चल के ते गोइंदवाल साहब आए। थोड़ा ध्यान देना, उन्हां 8 साल की उम्र विच वेखिया सी भाई जेठे नूं, बाद च नहीं, अपने भतीजे नूं। हुण महाराज की उम्र कोई 21-22 साल की आ, भरपूर चेहरे ते दाड़ा, उच्चा लम्मा कद आ, सुंदर दस्तार सजी हुई, ते सिर दे उत्ते टोकरी चुकी हुई भारी मिट्टी दी, ते सारा बदन सेवा करदियां मिट्टी नाल लिबड़िया होया। सोढ़ी खानदान दे विचों कुछ परिवारक मैंबर गोइंदवाल साहब आए, मत्था टेकिया, उन्हां संगत वाले पासे नूं वेख के वेखिया भी आ गभरू कोई जवान तुरिया फिरदा है। आवाज़ दे के आखिया, पुत्त इत्थों दा ही रहण वाला है, गोइंदवाल ही रहना है। गुरु रामदास महाराज ने झट विच अपने चाचे तायां नूं, शरीके भाईचारे नूं पहचानिया, मुस्कुरा के कहन लगे, हाँ मैं इत्थे ही रहना आ। कहन लगे, गुरु अमरदास महाराज की पुत्री दे नाल साडे भतीजे का रिश्ता जुड़िया, ते असीं जेठे नूं मिलना चाहुंदे आ। महाराज उंज ही वो टोकरी अपने सिर तो ला के पासे रखी, हाथ जोड़ के नमस्कार करके आख्या, चाचा जी, ताया जी, मैं ही तुहाडा जेठा आ, जरा पछाणो आ। बहुत निक्के हुंदियां वेखिया सी, पहचाणोगे भी किवें? अजे इन्नी गल महाराज गुरु रामदास दे अंदर ते खुशी आ भी मेरे चाचे ताए आए, पर वो इन्ने एक पल विच क्रोध विच आए, गुस्से च आए। एक ताया ते ये कहन लगा भी जिस दिन साडा भरा हरदास गुजरिया सी ना, गुरु रामदास दे पिता जी का नाम बाबा हरदास जी, कहन लगे जिदन साडा भरा हरदास गुजरिया, चंगा हुंदा जे किते तू भी साडे भरा दे नाल ही मर मुक जांदा। तू काहदा जवाई बनिया गुरु अमरदास दा? तू ते सोढ़ी खानदान नूं लाज लवा दित्ती, ओए प्राहुणा हो के, जवाई हो के सौहरियां दे घर टोकरी ढोवें, मर जाना चाहिए इहदे नालों। अजे इन्नियां गल्लां कहीआं जा रहीआं ते पिछों महाराज गुरु अमरदास सतगुरु आ गए। धन गुरु अमरदास महाराज एक बचन कहिंदे आ, ओ सोढ़ी खानदान दे लोको, एक गल याद रखियो, जे एहे ना हुतो बंस तुम्हारे, गिरत नरक में पितर तुम्हारे।
ਜੇ ਜੇਠਾ ਤੁਹਾਡੀ ਕੁੱਲ ਦੇ ਵਿੱਚ ਨਾ ਜੰਮਦਾ ਤੇ ਯਾਦ ਰੱਖਿਓ ਸੋਢੀ ਖਾਨਦਾਨ ਸਾਰੇ ਦਾ ਸਾਰਾ ਹੀ ਨਰਕਾਂ 'ਚ ਜਾ ਡਿੱਗਣਾ ਸੀ। ਇਹਦਾ ਕਰਕੇ ਲਾਹੌਰ ਦੀ ਗੱਲ ਬਣੀ ਹੈ, ਇਹਦਾ ਕਰਕੇ ਤੁਹਾਡੇ ਖਾਨਦਾਨ ਦੀ ਗੱਲ ਬਣੀ ਹੈ। ਸੱਚ ਤੇ ਇਹ ਹੈ, ਆਉਣ ਵਾਲੇ ਸਮੇਂ 'ਚ ਕੋਈ ਇੱਕ ਵਾਰ ਵੀ ਆਪਣੀ ਜ਼ਬਾਨੋਂ ਇਹਦਾ ਨਾਂ ਲੈ ਦਿਆ ਕਰੇਗਾ, ਉਹ ਭਵਜਲ ਤੋਂ ਪਾਰ ਲੰਘ ਜਾਇਆ ਕਰੇਗਾ। ਸੱਚ ਆ ਪਿਆਰਿਓ। ਵੇਖੋ ਆਪਾਂ ਪੰਜਾਬ ਦੇ ਜਾਏ ਆ, ਤੁਸੀਂ ਕਦੀ ਇਸ ਗੱਲ ਨੂੰ ਧਿਆਨ 'ਚ ਰੱਖੋ, ਗੁਰੂ ਨਾਨਕ ਸਾਹਿਬ ਦਾ ਮੁੱਖ ਅਸਥਾਨ ਪੰਜਾਬ ਵਿੱਚ ਬੇਰ ਸਾਹਿਬ ਸੁਲਤਾਨਪੁਰ ਲੋਧੀ ਆ। ਜ਼ਰੂਰੀ ਨਹੀਂ ਹੈ ਵੀ ਹਰ ਧਰਮ ਦਾ ਬੰਦਾ ਉੱਥੇ ਢੁਕਦਾ ਹੋਵੇ, ਚਲੋ ਸਿੱਖਾਂ ਤੇ ਜਾਣਾ, ਪਰ ਆਪਾਂ ਬਹੁਤ ਹੋਰ ਅਨ ਧਰਮਾਂ ਦੇ ਲੋਕ ਘੱਟ ਵੇਖਨੇ ਉੱਥੇ। ਗੁਰੂ ਅੰਗਦ ਸਾਹਿਬ ਦਾ ਸਥਾਨ ਹੈ ਖਡੂਰ ਸਾਹਿਬ, ਗੁਰੂ ਅਮਰਦਾਸ ਜੀ ਦਾ ਗੋਇੰਦਵਾਲ ਸਾਹਿਬ, ਗੁਰੂ ਰਾਮਦਾਸ ਮਹਾਰਾਜ ਦਾ ਹਰਮੰਦਰ ਸਾਹਿਬ ਅੰਮ੍ਰਿਤਸਰ। ਤੁਸੀਂ ਧਿਆਨ ਦੇ ਕੇ ਵੇਖੋਗੇ ਸਭ ਤੋਂ ਵੱਧ ਅਨਮਤੀ ਧਰਮਾਂ ਦੇ ਲੋਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਾਂਦੇ ਆ, ਹੋਰ ਬਹੁਤੇ ਅਸਥਾਨਾਂ ਤੇ ਨਹੀਂ। ਬਾਣੀ ਚੋਂ ਪੁੱਛੀਏ ਵੀ ਮਹਾਰਾਜ ਇੰਜ ਕਿਉਂ, ਤੇ ਭੱਟ ਸਾਹਿਬਾਨ ਕਹਿੰਦੇ ਆ, ਸੋਢੀ ਸ੍ਰੇਸ਼ਟ ਸਕਲ ਤਾਰਨ ਕਉ, ਅਬ ਗੁਰ ਰਾਮਦਾਸ ਕਉ ਮਿਲੀ ਬੜਾਈ। ਐਸੇ ਆ ਗੁਰੂ ਅਮਰਦਾਸ ਮਹਾਰਾਜ ਜਿਨ੍ਹਾਂ ਸਾਰੀ ਸ੍ਰਿਸ਼ਟੀ ਨੂੰ ਤਾਰਨ ਦੀ ਜ਼ਿੰਮੇਵਾਰੀ ਧੰਨ ਗੁਰੂ ਰਾਮਦਾਸ ਦੀ ਝੋਲੀ ਪਾ ਦਿੱਤੀ। ਜਦੋਂ ਆਖਿਆ ਨਾ ਵੀ ਸੋਢੀਓ ਜੋ ਇਹ ਨਾ ਜੰਮਦਾ ਤੇ ਤੁਹਾਡੀ ਬੰਸੀ ਖਤਮ ਸੀ, ਕਮਾਲ ਸੀ। ਗੁਰੂ ਰਾਮਦਾਸ ਸਾਹਿਬ ਨੇ ਨਾ ਗੁਰੂ ਅਮਰਦਾਸ ਦੇ ਚਰਨਾਂ ਤੇ ਸੀਸ ਰੱਖ ਕੇ ਆਖਿਆ, ਦਾਤਾ ਇਹਨਾਂ ਨੂੰ ਮੁਆਫ ਕਰ ਦਿਓ, ਇਹਨਾਂ ਨੂੰ ਖਿਮਾ ਕਰ ਦਿਓ ਪਾਤਸ਼ਾਹ ਜੀ, ਇਹ ਤੇਰੇ ਘਰ ਦੀ ਮਹਿਮਾ ਨਹੀਂ ਜਾਣਦੇ ਕਿ ਗੁਰੂ ਕਿਵੇਂ ਰੁਲਿਆ ਹੋਇਆਂ ਨੂੰ ਬਾਦਸ਼ਾਹ ਬਣਾ ਦਿੰਦਾ ਹੈ। ਮਹਾਰਾਜ ਇਹ ਨਹੀਂ ਜਾਣਦੇ, ਬਸ ਮੇਰੀ ਇੰਨੀ ਬੇਨਤੀ ਵੀ ਇਹਨਾਂ ਨੂੰ ਮੁਆਫ ਕਰ ਦਿਓ। ਧੰਨ ਗੁਰੂ ਅਮਰਦਾਸ ਮਹਾਰਾਜ ਖਿਮਾ ਕੀਤਾ, ਸੋਢੀ ਪਰਿਵਾਰਾ ਮੁਆਫੀ ਮੰਗੀ, ਕੁਝ ਦਿਨ ਰਹੇ। ਔਰ ਜਿਹੜਾ ਗੋਇੰਦਵਾਲ ਸਾਹਿਬ ਹੈ ਨਾ ਪਿਆਰਿਓ, ਇਹ ਮਰਵਾਏ ਖੱਤਰੀ ਪਰਿਵਾਰਾਂ ਦੇ ਵਿੱਚੋਂ ਮਰਵਾਏ ਗੋਤ ਦੇ ਨਾਲ ਜੁੜੇ ਹੋਏ ਇੱਕ ਇਨਸਾਨ ਦਾ ਨਾਂ ਆ ਭਾਈ ਗੋਇੰਦਾ, ਔਰ ਉਹਦੇ ਨਾਂ ਤੇ ਹੀ ਗੋਇੰਦਵਾਲ ਬਾਅਦ ਚ ਬਣਿਆ। ਹੁਣ ਜਦੋਂ ਇੱਥੇ ਸੰਗਤ ਬਹੁਤ ਆਉਣ ਲੱਗ ਪਈ, ਇਹ ਮੁੱਖ ਕੇਂਦਰ ਬਣ ਗਿਆ ਉਸ ਵੇਲੇ। ਪੁਰਾਣਾ ਲਫ਼ਜ਼ ਆ ਪੱਤਣ, ਬਿਆਸ ਦਰਿਆ ਦਾ ਪੱਤਣ ਸੀ ਇੱਥੇ ਮੇਨ, ਦੁਆਬੇ ਤੋਂ ਮਾਝੇ ਦੇ ਨਾਲ ਇਹ ਪੱਤਣ ਜੋੜਦਾ ਆ। ਔਰ ਘੁੱਗ ਵਸ ਗਈ ਗੋਇੰਦਵਾਲ ਸਾਹਿਬ ਦੀ ਨਗਰੀ, ਤੇ ਮਰਵਾਇਆ ਨੂੰ ਨਾ ਗੋਇੰਦੇ ਔਰ ਗੋਇੰਦੇ ਦੇ ਪੁੱਤਰਾਂ ਨੂੰ ਕਿਸੇ ਨੇ ਚੁੱਕਣਾ ਦੇ ਦਿੱਤੀ ਵੀ ਇਹ ਤੇ ਧਰਤੀ ਤੁਹਾਡੀ ਹੈ, ਇਹਦੇ ਨਾਲੋਂ ਚੰਗਾ ਜੇ ਤੁਸੀਂ ਇੱਥੇ ਕਾਰੋਬਾਰ ਸ਼ੁਰੂ ਕਰਦੇ, ਕੋਈ ਮੰਡੀ ਕਰਨ ਸ਼ੁਰੂ ਕਰਦੇ ਨਾ, ਤੇ ਤੁਸੀਂ ਅਰਬਾਂ ਖਰਬਾਂ ਦੇ ਮਾਲਕ ਹੋਣਾ। ਇਹ ਤੇ ਧਰਤੀ ਤੁਸੀਂ ਗੁਰੂ ਅਮਰਦਾਸ ਨੂੰ ਐਵੇਂ ਵੇਚ ਦਿੱਤੀ ਹੈ। ਉਹਨਾਂ ਚੁੱਕ ਵਿੱਚ ਆ ਕੇ ਨਾ ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤ ਕੀਤੀ। ਬਾਦਸ਼ਾਹ ਅਕਬਰ ਦੇ ਕੋਲ ਸ਼ਿਕਾਇਤ ਹੋਈ ਵੀ ਸਾਡੀ ਥਾਂ ਨੂੰ ਧੱਕੇ ਨਾਲ ਗੁਰੂ ਅਮਰਦਾਸ ਨੇ ਮੱਲ ਲਿਆ। ਤੇ ਦੂਜੀ ਸ਼ਿਕਾਇਤ ਵਕਤ ਦੇ ਕੁਝ ਬਾਹਮਣਾਂ ਨੇ, ਖੌਰੂਆਂ ਨੇ, ਖੋਜਿਆਂ ਨੇ ਇਹ ਸ਼ਿਕਾਇਤ ਕੀਤੀ ਕਿ ਗੁਰੂ ਅਮਰਦਾਸ ਨੇ ਨਾ ਨਵਾਂ ਪੰਥ ਤੋਰਤਾ ਹੈ, ਉਹ ਪੂਜਾ ਨਹੀਂ ਕਰਦੇ, ਹੁਣ ਗਾਇਤਰੀ ਮੰਤਰ ਦੀ ਪੂਜਾ ਨਹੀਂ ਹੋ ਰਹੀ, ਉਹ ਤੇ ਸਵੇਰੇ ਸ਼ਾਮੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ। ਉੱਥੇ ਜਾਤ ਪਾਤ ਦੀ ਗੱਲ ਹੀ ਮੁਕਾ ਦਿੱਤੀ, ਇੱਕੋ ਥਾਂ ਹੀ ਬਹਿ ਕੇ ਲੰਗਰ ਛਕਿਆ ਜਾ ਰਿਹਾ। ਔਰ ਧਿਆਨ ਦੇਣਾ, ਇਹਨਾਂ ਗੱਲਾਂ ਕਰਕੇ ਹੀ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ। ਅੱਜ ਮੁੱਖ ਸਿਧਾਂਤ ਜਿਹੜੇ ਸਨ, ਮੁੱਖ ਥਾਟ ਜਿਹੜੇ ਸਾਡੇ ਪ੍ਰਿੰਸੀਪਲ ਮਹਾਰਾਜ ਉਤੋਂ ਬਖਸ਼ੇ, ਹਜ਼ੂਰ ਮਹਾਰਾਜ ਦੀਆਂ ਇਹ ਸ਼ਿਕਾਇਤਾਂ ਲੱਗੀਆਂ ਕਿ ਇੱਕ ਤੇ ਇਹਨਾਂ ਜਾਤ ਵਰਣ ਮੁਕਾ ਦਿੱਤਾ, ਲੰਗਰ ਇੱਕੋ ਥਾਂ ਹੈ, ਪੂਜਾ ਨਹੀਂ ਕਰਦੇ, ਸੰਧਿਆ ਨਹੀਂ ਕਰਦੇ, ਗਾਇਤਰੀ ਨਹੀਂ ਪੜ੍ਹਦੇ। ਇਹ ਸ਼ਿਕਾਇਤ ਜਦੋਂ ਉੱਥੇ ਅਪੜੀ ਨਾ, ਤੇ ਮਹਾਰਾਜ ਗੁਰੂ ਅਮਰਦਾਸ ਨੇ ਸਾਹਿਬ ਸ੍ਰੀ ਗੁਰੂ ਰਾਮਦਾਸ ਨੂੰ ਆਖਿਆ, ਬੇਟਾ ਤੁਸੀਂ ਲਾਹੌਰ ਜਾਓ ਅਕਬਰ ਦੇ ਦਰਬਾਰ ਦੇ ਵਿੱਚ, ਜਿੰਨੀਆਂ ਸ਼ਿਕਾਇਤਾਂ ਆ
शिकायतां दा जवाब तुसां देना है। गुरु रामदास साहब हथ जोड़े, महाराज मैं कदी बहुता इंज विचरिया नहीं संसारी लोकां विच, की शिकायतां है, की जवाब होने। गुरु अमरदास महाराज कहंदे, जेठा जी तुसीं सिर्फ जाना है, वरतना गुरु नानक साहब ने आ, ये गल दी परवाह ना करो। पातशाह दे कहण ते धन गुरु रामदास लाहौर आए। अकबर दी कचहरी लगी, उन्हें शिकायत की जी ये पूजा नहीं करते। गुरु रामदास महाराज बड़ा प्यारा जवाब देंदे आ, सच्चे पातशाह कहंदे आ कल्ले दीवे जगा के मूर्तियां अगे कीती पूजा पूजा नहीं है, असी उस एक अकाल पुरख की पूजा करते हैं जिन्हें इस सारी कायनात नूं सिरजिया आ। साडे घर विच कोई वर्ण वंड नहीं है, कोई जात पात का भेदभाव नहीं है। इसलिए गुरु अमरदास जी ने पंगत की प्रथा शुरू की है। बौड़ी साहब इसलिए साजी है, कोई भी जल छक सकता है, कोई इकट्ठियां इशनान कर सकता है। ये वर्ण वंड का भेदभाव मुका दिता। इन्ना प्रभावित होया बादशाह अकबर। बाद विच बादशाह अकबर गोइंदवाल साहब भी आउंदा, पर बड़ियां प्यारियां दो कुछ साखियां आ लाहौर दियां। जदों वापसी परतन लगे ना, लाहौर दा उही डब्बी बाजार, 9 लखा बाजार, उहदे विचों दी जदों गुरु रामदास भाई जेठे दे रूप च लंघ रहे आ ना, एक दुकान ते बात बहुत सोहना रेशमी कुड़ता टंगिया होया। गुरु रामदास साहब कोल गए, दुकानदार नूं ना पुछया भी किन्ने कुछ है, की भाव है इहदा। जदों उन्हें पैसिਆਂ ਦੀ गल कही, ध्यान मारिया भी मेरी जेब विच इन्ने पैसे नहीं, मेरी समर्था नहीं है मैं ये कुड़ता खरीद सकां। पर इन्ना क प्रेम अंदरों छलकिया। गुरु रामदास कहंदे आ, धन गुरु अमरदास पातशाह, मेरे अंदर दी ये भावना है, भावें कि तुसीं रोज़ाना खद्दर दा ही वस्त्र पहनदे हो। कुछ गल्लां बड़ियां इतिहास च प्यारियां ते अनोखियां आ। गुरु अमरदास महाराज जेड़ा चोला एक बारी पहन लिया ना अपने तन ते, महाराज दोबारा नहीं सी पहनते। जदों गुरता गद्दी ते बैठे गुरु अमरदास जी महाराज सिर्फ ओगरा छकदे, अज दे बोलां च दलिया कह सकते आपां, प्रशादा नहीं छकिया महाराज कदे। रोज़ाना कुड़ता चेंज हुंदा, बदलिया जांदा, खद्दर दा महाराज सादा जिहा लिबास पहनदे। जदों रेशमी कुड़ता वेख्या, मन च ख्याल आया, धन गुरु अमरदास महाराज जी दे चरनां दा ध्यान धर के गुरु रामदास कहंदे आ, दाता किते ये कुड़ता मेरी खरीदण दी समर्था हुंदी ना, मैं तेरे लिए जरूर लैके आउंदा। वेखो दो तरह का इश्क आ, एक संसारी है जिन्हों मजाजी कहा जाता, एक हकीकत का इश्क आ। अकाल पुरख के चरनां दे नाल वो प्रेम, संसार च विचरदियां कोई चीज़ दिसदी है ना, बहुत प्यार वाली संगत गुरु चरनां च सुशोभत है, जिन्हां दे अंदर दा यही फुरना हुंदा है भी आ चीज़ मेरे मालक दे दरबार ते कितनी सोहनी लगेगी। वेखो आपो अपने घरां नूं सजाउणा ते हर बंदे दी पहल कदमी है, खिच है, पर किसी दे अंदर इन्ना इश्क पैदा हो जाए, कुछ वेख्या जाए, वो गुरु दे घर दी सुंदरता बन जाए। गुरु रामदास साहब ने वेख्या पर खरीदण दी समर्था नहीं सी। मन ही मन ध्यान धरिया, दाता काश मैं कुड़ता खरीद सकदा, बहुत सोहना लगना सी तुहाडे पाया। अगां चल पे। बेमौसमे अंबां दी एक दुकान वेखी, जेब विच इन्ने को पैसे सन। इतिहासकार डॉक्टर मैकालफ ये गल कहंदा भी इक्को अंब गुरु रामदास साहब ने खरीदिया, पल्ले दे विच बन्निया, ध्यान धरिया। गुरु अमरदास महाराज दा लाहौरों चले और लाहौर दी धरती तो गोइंदवाल साहब तक दा सफर आ। रुत होर होण करके बेमौसमे अंब जिहड़े सन वो इन्ना क पक गया, उहदे चों रस डिगण लग पिया। मन ने ख्याल दिता, मना
ਗੁਰੂ ਦੇ ਘਰ ਦੀ ਭੇਟ ਆ, ਬੇਅਦਬੀ ਨਾ ਹੋਵੇ। ਹੱਥ ਮੂੰਹ ਧੋਤਾ, ਪੈਰੋਂ ਜੋੜਾ ਲਾਇਆ, ਧਿਆਨ ਧਰ ਕੇ ਗੁਰੂ ਅਮਰਦਾਸ ਮਹਾਰਾਜ ਦਾ ਉਹ ਅੰਬ ਆਪ ਹੀ ਛਕ ਲਿਆ। ਜਦੋਂ ਧਿਆਨ ਧਰਿਆ, ਚਲਦਿਆਂ ਚਲਦਿਆਂ ਗੋਇੰਦਵਾਲ ਸਾਹਿਬ ਆਏ ਨਾ 2-3 ਦਿਨ ਬਾਅਦ, ਅਜੇ ਸੰਗਤ ਵਿੱਚ ਮੱਥਾ ਟੇਕ ਕੇ ਬੈਠੇ ਆ, ਇੱਕਦਮ ਐਸੀ ਮਹਾਰਾਜ ਕਲਾ ਵਰਤਾਈ, ਝਲਕਾਰਾ ਵੱਜਿਆ। ਜਿਹੜਾ ਕੁੜਤਾ ਗੁਰੂ ਰਾਮਦਾਸ ਜੀ ਨੇ ਲਾਹੌਰ ਵੇਖਿਆ ਨਾ, ਉਹੀ ਕੁੜਤਾ ਗੁਰੂ ਅਮਰਦਾਸ ਮਹਾਰਾਜ ਪਾ ਕੇ ਬੈਠੇ ਆ। ਜਦੋਂ ਧਿਆਨ ਗਿਆ ਤੇ ਇੱਕਦਮ ਅੱਖਾਂ ਭਰ ਗਈਆਂ ਵੀ ਮਹਾਰਾਜ ਇਹ ਤਾਂ ਮੈਂ ਉੱਥੇ ਵੇਖਿਆ। ਸਤਿਗੁਰੂ ਕੋਲ ਆਵਾਜ਼ ਮਾਰ ਕੇ ਆਂਦੇ ਆ, ਜੇਠਿਆ ਤੇਰੀ ਭੇਟਾ ਪ੍ਰਵਾਨ ਹੋ ਗਈ, ਸੱਚੀ ਦੱਸੀ ਕੁੜਤਾ ਪਾਇਆ ਸੱਚੀ ਸੋਹਣਾ ਲੱਗਦਾ। ਅੱਖਾਂ ਭਰ ਕੇ ਬਸ ਇਹਨੇ ਹੀ ਬੋਲ ਆਖੇ, ਮਹਾਰਾਜ ਤੇਰੀਆਂ ਤੂੰ ਜਾਣਦਾ, ਤੇਰੇ ਤੋਂ ਵੱਧ ਕੋਈ ਨਹੀਂ ਕਿਸੇ ਦੀ ਜਾਣਦਾ। ਭੱਟ ਸਾਹਿਬਾਨਾ ਜਾਂ ਬਾਬਾ ਬਲਵੰਡ ਸਾਹਿਬ ਇੱਕ ਗੱਲ ਲਿਖਦੇ ਗੁਰੂ ਅਮਰਦਾਸ ਲਈ, ਉਹ ਕਹਿੰਦੇ ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ। ਮਹਾਰਾਜ ਤੈਨੂੰ ਆਉਣ ਵਾਲਾ ਭਵਿੱਖ ਤੂੰ ਸਾਰੀਆਂ ਗੱਲਾਂ ਜਾਣਦਾ। ਮਹਾਰਾਜ ਗੁਰੂ ਅਮਰਦਾਸ ਮਹਾਰਾਜ ਜੇ ਇੰਨੇ ਬੋਲ ਆਖੇ, ਅੱਖਾਂ ਭਰੀਆਂ ਵੇਖੀਆਂ, ਕਹਿਣ ਲੱਗੇ ਚੱਲ ਕੁੜਤਾ ਤੇ ਪਾਇਆ, ਲਾ ਹੀ ਦੇਣਾ, ਪਰ ਜਿਹੜਾ ਤੁਸੀਂ ਅੰਬ ਖਰੀਦਿਆ ਸੀ ਨਾ, ਸੱਚੀ ਗੱਲ ਹੈ ਜੇਠਿਆ, ਇੰਨਾ ਮਿੱਠਾ ਪਦਾਰਥ ਮੈਂ ਨਹੀਂ ਕਦੇ ਛਕਿਆ। ਇਹ ਭਾਵ ਸੀ ਵੀ ਗੁਰੂ ਕੱਲੀਆਂ ਬਾਹਰੀ ਦੀਆਂ ਚੀਜ਼ਾਂ ਲਿਆ ਕੇ ਨਹੀਂ ਕੱਲਾ ਖੁਸ਼ ਹੁੰਦਾ। ਤੁਹਾਡੀ ਭਾਵਨਾ ਇੰਨੀ ਕੁ ਬਲਵਾਨ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਆ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਜਿਹੜੀ ਭਾਵਨਾ ਨਾਲ ਕੀਤੀ ਸੇਵਾ ਨਾ ਜੀ, ਉੱਥੇ ਫਿਰ ਪਿਆਰ ਵਾਲਿਆਂ ਦਾ ਹਿਰਦਾ ਇਹ ਹੁੰਦਾ, ਮਹਾਰਾਜ ਦਰ ਤੇਰਾ, ਘਰ ਤੇਰਾ, ਸਾਡੇ ਕੋਲ ਜੋ ਸਰਮਾਇਆ ਉਹ ਵੀ ਦਿੱਤਾ ਤੇਰਾ ਹੀ ਆ, ਔਰ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ। ਮੇਰਾ ਜਦੋਂ ਤੇਰਾ ਹੀ ਦਿੱਤਾ, ਤੇਰੇ ਚਰਨਾਂ 'ਚ ਭੇਟ ਕਰ ਦਿੱਤਾ, ਸਾਡਾ ਤੇ ਹੈ ਹੀ ਕੁਛ ਨਹੀਂ। ਇਸੇ ਲਈ ਮਹਾਰਾਜ ਬਾਣੀ 'ਚ ਵਾਰ-ਵਾਰ ਗੁਰੂ ਦੀ ਵਡਿਆਈ ਕੀਤੀ। ਬਲਿਹਾਰੀ ਗੁਰ ਆਪਣੇ ਦਿਉਹਾੜੀ, ਸਾਧਵਾਰ ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਗੁਰੂ ਤੋਂ ਵਾਰ-ਵਾਰ ਕੁਰਬਾਨ ਜਾਈਏ, ਬਲਿਹਾਰ ਜਾਈਏ, ਕਿਉਂਕਿ ਗੁਰੂ ਬਿਨਾਂ ਜ਼ਿੰਦਗੀ ਦਾ ਸੱਚ ਨਹੀਂ ਮਿਲਦਾ। ਇੱਕ ਬੋਲ ਕਹਿ ਕੇ ਸਮਾਪਤੀ ਹੈ। ਮਾਲਕ ਸਤਿਗੁਰੂ ਦੀ ਫਿਰ ਸਿਫਤ ਕਰਦਿਆਂ ਨਾ, ਭੱਟ ਸਾਹਿਬਾਨ ਤੇ ਇੱਥੋਂ ਤੱਕ ਕਹਿ ਦਿੱਤਾ, ਕਹਿਣ ਲੱਗੇ ਗੁਰੂ ਰਾਮਦਾਸ ਸਾਹਿਬ ਤੇਰੀਆਂ ਵਡਿਆਈਆਂ ਇੰਨੀਆਂ ਕੁ ਵੱਡੀਆਂ, ਜਿਵੇਂ ਬਾਣੀ ਦਾ ਬਚਨ ਹੈ ਨਾ, ਸਤਿਗੁਰ ਵੱਡਾ ਕਰ ਸਾਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਤੇ ਭੱਟ ਸਾਹਿਬਾਨ ਕਹਿੰਦੇ ਨੇ ਹੋਰ ਕੁਝ ਨਹੀਂ ਨਾ ਕਰ ਸਕਦਾ ਸਿੱਖਾ, ਤੂੰ ਬਸ ਇੰਨਾ ਕੰਮ ਸਭ ਨੂੰ ਸੁਖਾਲਾ ਹੈ। ਜਦੋਂ ਸਮਾਂ ਮਿਲੇ ਬਸ ਇੰਨਾ ਕਹਿ ਦਿਆ ਕਰ, ਧੰਨ ਧੰਨ ਗੁਰੂ ਰਾਮਦਾਸ ਜੀ। ਜਿੰਨੀ ਵਾਰੀ ਹੋਵੇ ਇਹ ਜ਼ਰੂਰ ਕਿਹਾ ਕਰ। ਤੇ ਪੁੱਛਿਆ ਜੀ ਇੰਨਾ ਕਹਿਣ ਨਾਲ ਕੀ ਹੋਏਗਾ? ਭੱਟ ਸਾਹਿਬਾਨਾ ਫਿਰ ਬਖਸ਼ਿਸ਼ਾਂ ਗਣਾਈਆਂ, ਕਹਿੰਦੇ ਨੇ ਜਿਹੇ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟੈ ਖਿਨ। ਜਿਹੜੇ ਸਤਿਗੁਰੂ ਦਾ ਨਾਮ ਸਿਮਰਿਆ, ਅੱਖਾਂ ਦਾ ਅਗਿਆਨਤਾ ਰੂਪੀ ਹਨੇਰਾ ਦੂਰ ਹੁੰਦਾ ਹੈ। ਜਿਹੇ ਸਤਿਗੁਰ ਸਿਮਰੰਤ, ਨੈਣ ਕੇ ਤਿਮਰ ਮਿਟੈ ਖਿਨ। ਜਿਹੇ ਸਤਿਗੁਰ ਸਿਮਰੰਤ, ਹਿਰਦੈ ਹਰ ਨਾਮ ਦਿਨੋਂ ਦਿਨ। ਜਿਹੜਾ ਸਤਿਗੁਰੂ ਦਾ ਇੱਕ ਵਾਰੀ ਨਾਂ ਲੈਂਦਾ, ਗੁਰੂ ਇੰਨੀ ਕਿਰਪਾ ਕਰਦੇ ਗੁਰੂ ਰਾਮਦਾਸ ਜੀ, ਉਹਨੂੰ ਵਾਰ-ਵਾਰ ਮਾਲਕ ਯਾਦ ਆਏਗਾ, ਵਾਰ-ਵਾਰ ਬੰਦਗੀ ਦੀ ਕਣੀ ਵਸੇਗੀ। ਜਿਹੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ। ਜਿਹੜੀ ਅੰਦਰ ਦੀ ਤਪਸ਼ਿਆ, ਪਰਾਈ ਤਾਤ ਆ, ਗੁਰੂ ਦਾ ਨਾਂ ਲਿਆਂ ਦੂਰ ਹੋ ਜਾਂਦੀ ਹੈ। ਜਿਹੇ ਸਤਿਗੁਰ ਸਿਮਰੰਤ, ਰਿੱਧ ਸਿੱਧ ਨਵਨਿਧ ਪਾਵੇ। ਫਿਰ ਕਹਿੰਦੇ ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧਨ ਧਨ ਕਰੋ।
ਮਹਾਰਾਜ ਗੁਰੂ ਰਾਮਦਾਸ ਨੂੰ ਜਿੰਨੀ ਵਾਰੀ ਹੋ ਸਕਦਾ ਹੈ ਆਖੋ ਧੰਨ ਧੰਨ ਗੁਰੂ ਰਾਮਦਾਸ ਜੀ। ਸੋਈ ਰਾਮਦਾਸ ਗੁਰ ਬਲ ਭਾਣ, ਮਿਲ ਸੰਗਤ ਧੰਨ ਧੰਨ ਕਰੋ। ਜਿਹੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਜ਼ਿੰਦਗਾਨੀ ਮਿਲਦੀ ਹੈ, ਸੱਚ ਮਿਲਦਾ ਹੈ, ਐਸੇ ਗੁਰੂ ਨੂੰ ਸਦਾ ਹੀ ਸਿਮਰਨਾ ਚਾਹੀਦਾ। ਮਿਹਰਬਾਨ ਹੋਵੇ ਪਾਤਸ਼ਾਹ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਪ੍ਰਕਾਸ਼ ਪੁਰਬ ਇਹਨਾਂ ਸਥਾਨਾਂ ਤੇ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਭਾਵਨਾ ਨਾਲ ਮਨਾਇਆ ਜਾਂਦਾ ਹੈ। ਔਰ ਬੜੇ ਬੜੇ ਪਿਆਰ ਵਾਲੇ ਗੁਰਮੁਖ ਪ੍ਰੇਮੀ ਜਨ ਜਿਨ੍ਹਾਂ ਦੀਆਂ ਭਾਵਨਾਵਾਂ ਹੀ ਇਹ ਹੈ ਕਿ ਇਹਨਾਂ ਸਮੁੱਚੇ ਸਮਾਗਮਾਂ ਦੀਆਂ ਸੇਵਾਵਾਂ ਸਾਡੀ ਝੋਲੀ ਪਾ ਦਿਓ। ਮਿਹਰਬਾਨ ਹੋਵੇ ਦਾਤਾ, ਆਪ ਜੀ ਦੀ ਭਾਵਨਾ ਨੂੰ, ਆਪ ਜੀ ਦੀ ਸੇਵਾ ਨੂੰ ਮਾਲਕ ਬੂਰ ਪਾਏ। ਰਹਿਮਤ ਹੋਵੇ ਹੋਈਆਂ ਭੁੱਲਾਂ ਦੀ ਖਿਮਾ। ਆਓ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਬੰਬੇ ਵਾਲੇ, ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ, ਭਾਈ ਸੁਲੱਖਣ ਸਿੰਘ ਜੀ ਯੂਕੇ ਵਾਲੇ, ਤਿੰਨਾਂ ਪਾਸੋਂ ਆਤਮ ਰਸ ਕੀਰਤਨ ਦਰਬਾਰ ਰਾਹੀਂ ਗੁਰੂ ਕੀ ਵਡਿਆਈ, ਗੁਰੂ ਕੀ ਮਹਿਮਾ, ਗੁਰੂ ਕੀ ਕੀਰਤੀ ਨੂੰ ਸਰਵਣ ਕਰੀਏ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।